ਆਪਾਂ ਗੱਲ ਕਰ ਚੁੱਕੇ ਹਾਂ ਆਲਰੇਡੀ ਕਿ ਆਪਣੇ ਕੋਲ ਗ੍ਰੈਂਡ ਕੈਨੋਨੀਕਲ ਐਂਸੈਂਬਲ ਦੇ ਵਿੱਚ ਨੰਬਰ ਆਫ ਪਾਰਟੀਕਲ ਜਿਹੜੇ ਆ ਵੇਰੀਏਬਲ ਹੁੰਦੇ ਆ ਐਂਡ એનર્ਜੀ ਇਜ਼ ਆਲਸੋ ਵੇਰੀਏਬਲ। ਸੋ ਇਸ ਕਰਕੇ ਆਪਣੇ ਕੋਲ ਕੀ ਹੈ, ਆਪਣੇ ਕੋਲ ਥਰਮੋਡਾਇਨਾਮਿਕਸ ਹੋਏਗੀ ਥੋੜੀ ਜਿਹੀ ਡਿਫਰੈਂਟ ਹੋਏਗੀ ਐਜ਼ ਕੰਪੇਅਰ ਟੂ ਕੈਨੋਨੀਕਲ ਐਂਸੈਂਬਲ, ਜਿਹਦੇ ਵਿੱਚ ਸਿਰਫ ਤੇ ਸਿਰਫ એનર્ਜੀ ਐਕਸਚੇਂਜ ਅਲਾਉਡ ਹੈ। ਇਸ ਕਰਕੇ ਹੁਣ ਆਪਾਂ ਕੁਝ ਨਵੀਆਂ ਟਰਮਸ ਆਪਾਂ ਇੰਟਰੋਡਿਊਸ ਕੀਤੀਆਂ ਜਸਟ ਲਾਈਕ ਫਿਊਗਾਸਿਟੀ ਹੋ ਗਿਆ ਜਾਂ ਫਿਰ ਕਿਊ ਪੋਟੈਂਸ਼ੀਅਲ ਹੋ ਗਿਆ। ਉਹਦੇ ਨਾਲ ਆਪਣੀ ਜਿਹੜੀ ਥਰਮੋਡਾਇਨਾਮਿਕਸ ਹੈ ਜਾਂ ਆਪਣੇ ਕੋਲ ਸਟੈਟਿਸਟੀਕਲ ਫਿਜ਼ਿਕਸ ਹੈ ਫॉर ਦੀ ਕੇਸ ਆਫ ਗ੍ਰੈਂਡ ਕੈਨੋਨੀਕਲ ਐਂਸੈਂਬਲ ਥੋੜੀ ਜਿਹੀ ਈਜ਼ੀ ਹੋ ਜਾਏਗੀ ਐਜ਼ ਕੰਪੇਅਰ ਟੂ ਕੈਨੋਨੀਕਲ ਐਂਸੈਂਬਲ ਜਾਂ ਫਿਰ ਮਾਈਕਰੋ ਕੈਨੋਨੀਕਲ ਐਂਸੈਂਬਲ। ਮਾਈਕਰੋ ਕੈਨੋਨੀਕਲ ਐਂਸੈਂਬਲ ਰਿਜਿਡ ਸਿਸਟਮ ਹੈ ਜਿਸ ਦੇ ਵਿੱਚ ਕੁਝ ਵੀ ਐਕਸਚੇਂਜ ਅਲਾਉਡ ਨਹੀਂ ਹੈ। ਕੈਨੋਨੀਕਲ ਐਂਸੈਂਬਲ એનર્ਜੀ ਐਕਸਚੇਂਜ ਅਲਾਉਡ ਹੈ ਐਂਡ ਗ੍ਰੈਂਡ ਕੈਨੋਨੀਕਲ ਐਂਸੈਂਬਲ ਤੁਹਾਡੇ ਕੋਲ એનર્ਜੀ ਐਜ਼ ਵੈਲ ਐਜ਼ ਪਾਰਟੀਕਲ ਨੰਬਰ ਜਿਹੜਾ ਐਕਸਚੇਂਜ ਇਜ਼ ਅਲਾਉਡ। ਸੋ ਪਾਰਟੀਕਲ ਨੰਬਰ ਐਕਸਚੇਂਜ ਅਲਾਉਡ ਹੋਣ ਦੇ ਨਾਲ ਕੀ ਹੈ, ਤੁਹਾਡੇ ਕੋਲ ਜਿਹੜੀ ਫੇਜ਼ ਟ੍ਰਾਂਜੀਸ਼ਨ ਹੈ ਉਹ ਜਿਹੜੇ ਟੇਕ ਕੇਅਰ ਹੋ ਜਾਂਦੀ ਹੈ ਗ੍ਰੈਂਡ ਕੈਨੋਨੀਕਲ ਐਂਸੈਂਬਲ ਦੇ ਵਿੱਚ, ਜਿਹੜਾ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੇਖਾਂਗੇ। ਸੋ ਗ੍ਰੈਂਡ ਕੈਨੋਨੀਕਲ ਐਂਸੈਂਬਲ ਦੇ ਨਾਲ ਨੰਬਰ ਆਫ ਪਾਰਟੀਕਲ ਐਕਸਚੇਂਜ ਅਲਾਉਡ ਹੋ ਗਿਆ ਤਾਂ ਪਾਰਟ ਜਿਹੜੀ ਆਪਣੇ ਕੋਲ ਫੇਜ਼ ਟ੍ਰਾਂਜੀਸ਼ਨ ਹੋ ਗਿਆ ਜਸਟ ਲਾਈਕ ਲਿਕੁਇਡ ਤੋਂ ਆਪਾਂ ਲਿਕੁਇਡ ਤੋਂ ਆਪਾਂ ਗੈਸ ਦੇ ਵਿੱਚ ਚਲੇ ਗਏ ਜਾਂ ਫਿਰ ਸੋਲਿਡ ਤੋਂ ਆਪਾਂ ਲਿਕੁਇਡ ਫੇਜ਼ ਦੇ ਵਿੱਚ ਆ ਗਏ, ਤਾਂ ਉਸ ਕੇਸ ਵਿੱਚ ਨੰਬਰ ਜਿਹੜੇ ਮੋਲੀਕਿਊਲਸ ਹੈ, ਨੰਬਰ ਆਫ ਪਾਰਟੀਕਲਸ ਹੈ, ਇੱਕ ਸਟੇਟ ਤੋਂ ਲੈ ਕੇ ਇੱਕ એનર્ਜੀ ਤੋਂ ਲੈ ਕੇ ਦੂਸਰੀ એનર્ਜੀ ਵਿੱਚ ਮਾਈਗ੍ਰੇਟ ਕਰਦੇ ਆ। तो इस करके की हो गया ये ਜਿਹੜੀ ਸਾਰੀ ਥਰਮੋਡਾਇਨਾਮਿਕਸ ਹੋਏਗੀ ਇਹ ਗਵਰਨ ਹੋਏਗੀ ਗ੍ਰੈਂਡ ਕੈਨੋਨੀਕਲ ਐਂਸੈਂਬਲ ਦੇ ਅੰਦਰ। ਸੋ ਗ੍ਰੈਂਡ ਕੈਨੋਨੀਕਲ ਐਂਸੈਂਬਲ ਦਾ ਜਿਹੜਾ ਫਿਜ਼ੀਕਲ ਰੈਲੀਵੈਂਸ ਹੈ ਉਹ ਜ਼ਿਆਦਾ ਹੋਏਗਾ ਐਜ਼ ਫॉर ਦੀ ਕੇਸ ਆਫ ਫੇਜ਼ ਟ੍ਰਾਂਜੀਸ਼ਨਸ ਐਜ਼ ਕੰਪੇਅਰ ਟੂ ਅਦਰ ਐਂਸੈਂਬਲ ਥਿਊਰੀਜ਼। So classical ideal gas in as an example of grand canonical ensemble. So consider enclosure with volume B containing a non-relativistic monatomic classical ideal gas that is non-interacting such that it can exchange both energy as well as particles with the surrounding. Surrounding की है तो mental properties होंगी। So in equilibrium, its macro state will be given by mu b and t ਦੇ ਬਰਾਬਰ ਹੋਏਗੀ। So macro state ਨੂੰ represent mu b t ਨਾਲ ਹੀ ਕੀਤਾ ਜਾਏਗਾ ਗ੍ਰੈਂਡ ਕੈਨੋਨੀਕਲ ਦੇ ਐਂਸੈਂਬਲ ਦੀ ਕੇਸ ਵਿੱਚ। ਕੈਨੋਨੀਕਲ ਦੀ ਕੇਸ ਵਿੱਚ n b t ਨਾਲ ਲਿਖਿਆ ਜਾਂਦਾ ਸੀ ਐਂਡ ਤੁਹਾਡੇ ਕੋਲ ਮਾਈਕਰੋ ਕੈਨੋਨੀਕਲ ਐਂਸੈਂਬਲ ਦੇ ਵਿੱਚ n b and e ਦੇ ਨਾਲ ਲਿਖਿਆ ਜਾਂਦਾ। So system can be treated as the framework of the grand canonical ensemble theory. So in the previous chapter, we have seen that the canonical partition function of such a gas with nr particles at a temperature T is given by. So for the case of grand canonical ensemble, कि आपने देखा है कि अपने को जो partition function बनता है that is given by 1 by nr factorial b divided by h cube 2 pi m k t raised to power 3 by 2 into whole raised to power nr. So एक canonical system दे रही canonical ensemble दे रही है, अपन partition function already devise किया है। ਹੁਣ ਆਪਾਂ ਲਾਸਟ ਟਾਈਮ ਜਿਹੜਾ ਲਾਸਟ ਲੈਕਚਰ ਸੀ ਉਹਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਜਿਹੜਾ ਗ੍ਰੈਂਡ ਕੈਨੋਨੀਕਲ ਐਂਸੈਂਬਲ ਦਾ ਜਿਹੜਾ ਪਾਰਟੀਸ਼ਨ ਫੰਕਸ਼ਨ ਹੈ that can be separated out in terms of z raised to power nr and multiplied by the canonical ensemble partition function. So इसी करके अपन लिखा है nr is equal to 0 to infinity z raised to power nr। z ਤੁਹਾਡੀ ਫਿਊਗਾਸਿਟੀ ਹੋ ਜਾਂਦੀ ਹੈ ਬੇਟਾ q of n v of t ਦੇ ਬਰਾਬਰ ਆਪਣੇ ਕੋਲ ਇਹ ਰਿਜ਼ਲਟ ਹੋਏਗਾ। तो v of t ਹੋਰ ਕੁਝ ਨਹੀਂ ਹੈ ਬੇਟਾ ਕੈਨੋਨੀਕਲ ਐਂਸੈਂਬਲ ਦੇ ਲਈ ਆਪਣਾ ਪਾਰਟੀਸ਼ਨ ਫੰਕਸ਼ਨ ਹੈ। सो q z v t ਦੇ ਬਰਾਬਰ ਆਪਣੇ ਕੋਲ ਜਿਹੜਾ ਰਿਜ਼ਲਟ ਹੈ z raised to power n r v divided by h cube 2 pi m k t raised to power 3 by 2 of n r divided by n r factorial ਦੇ ਬਰਾਬਰ ਇਹ ਆਪਣਾ ਰਿਜ਼ਲਟ ਆ ਜਾਂਦਾ ਹੈ। So summation nr equal to 0 ਤੋਂ corresponding infinity ਆ ਗਿਆ, ਉਸ ਦੇ corresponding ਆਪਣੇ ਕੋਲ ਜਿਹੜਾ nr ਦਾ ਫੈਕਟਰ ਹੈ nr ਪਾਵਰ ਹੈ ਉਹ ਸਾਰੀ ਆਪਾਂ ਇਕੱਠੀ ਕਰ ਲੈਣੇ ਬੇਟਾ z of v 2 pi m k t divided by h cube raised to power 3 by 2 h cube ਦੀ ਜਗ੍ਹਾ ਆਪਾਂ h square ਕਰ ਦਿੰਦੇ ਹਾਂ ਤਾਂ 3 by 2 ਦੇ corresponding result ਆਪਣੇ ਕੋਲ ਆ ਜਾਂਦਾ ਹੈ। ਔਰ you can simply rewrite this thing as because x raised to power n with divided by n factorial and with summation tending from 0 to infinity एक आदि एक्सप्रेशन होती है बेटा this is nothing but a raised to power x ਦਾ ਫੈਕਟਰ ਬਣਦਾ ਹੈ। ਉਸ ਤੁਹਾਡੇ ਕੋਲ ਲਿਖਿਆ ਵੀ ਹੋਇਆ ਰਾਈਟ ਹੈਂਡ ਸਾਈਡ ਦੇ ਉੱਪਰ x raised to power n factorial। ਸੋ ਥੋੜਾ ਮੈਂ ਵੱਡਾ ਕਰ ਦਿੰਦਾ ਬੇਟਾ ਸੋ ਫॉर यू ਸੋ ਦੇਖ ਸਕਦੇ ਹੋ x raised to power n factorial n tending from 0 to infinity e raised to power x ਤੋਂ ਆਪਾਂ ਜਿਹੜਾ ਰਿਜ਼ਲਟ ਹੈ ਇਹਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ। ਸੋ ਐਕਸਪੋਨੈਂਸ਼ੀਅਲ zv e raised to power zv 2 pi m k t divided by s square raised to power 3 by 2 ਦੇ ਫੈਕਟਰ ਦੇ ਇਹ ਸਾਰਾ ਦਾ ਸਾਰਾ ਰਿਜ਼ਲਟ ਬਰਾਬਰ ਆ ਜਾਏਗਾ। ਤਾਂ q ਪੋਟੈਂਸ਼ੀਅਲ ਜਿਹੜਾ ਤੁਹਾਡਾ ਪਾਰਟੀਸ਼ਨ ਫੰਕਸ਼ਨ ਹੈ ਇਸ ਫਾਰਮ ਦੇ ਵਿੱਚ ਲਿਖਿਆ ਜਾ ਸਕਦਾ ਹੈ। So macro potential for this gas will be given by so q potential ਜਿਹੜਾ ਹੈ ਜਾਂ macro potential ਜਿਹੜਾ ਹੈ ਉਹਨੂੰ ਲਿਖਣ ਦਾ ਤਰੀਕਾ ਕੀ ਹੋਏਗਾ it will be log of q ਜਾਂ log of partition function ਹੋ ਜਾਏਗਾ। ਸੋ ਇਸੇ ਕਰਕੇ ਆਪਾਂ log ਲੈ ਕੇ ਚੱਲਦੇ ਹਾਂ q potential ਦਾ because exponential factor ਦੇ ਨਾਲ log ਆਪਾਂ ਕੈਨਸਲ ਕਰ ਸਕਦੇ ਹਾਂ। ਸੋ ਇਸੇ ਕਰਕੇ ਆਪਣੀ ਜਿਹੜੀ ਇਕੁਏਸ਼ਨ ਹੈ ਜ਼ਿਆਦਾ ਸਿੰਪਲੀਫਾਈ ਹੋ ਜਾਂਦੀ ਹੈ। ਇਸੇ ਕਰਕੇ ਆਪਾਂ
Q potential ਨੂੰ ਕੰਸੀਡਰ ਕਰਨ ਦੀ ਗੱਲ ਕੀਤੀ ਹੈ। ਸੋ ਪ੍ਰੈਸ਼ਰ ਕੀ ਹੁੰਦਾ ਹੈ? ਪ੍ਰੈਸ਼ਰ ਇਜ਼ ਇਕੁਅਲ ਟੂ KT by V into Q ਦੇ ਬਰਾਬਰ ਹੁੰਦਾ ਹੈ। ਯੂ ਕੈਨ ਸਿੰਪਲੀ ਰੀਰਾਈਟ ਇਟ ਐਜ਼ Q potential is equal to PV by KT ਦੇ ਬਰਾਬਰ ਹੁੰਦਾ ਹੈ। ਆਪਾਂ ਲਾਸਟ ਟਾਈਮ ਦੇਖ ਚੁੱਕੇ ਹਾਂ। ਸੋ ਲਾਸਟ ਟਾਈਮ ਦੇਖਣ ਤੋਂ ਬਾਅਦ ਆਪਾਂ ਕੀ ਕੀਤਾ ਹੋਇਆ, ਪ੍ਰੈਸ਼ਰ ਨੂੰ KT divided by V into Q ਦੇ ਨਾਲ ਮਲਟੀਪਲਾਈ ਕਰੋ ਤਾਂ ਆਪਣੇ ਕੋਲ ਪ੍ਰੈਸ਼ਰ ਦੀ ਵੈਲਿਊ ਆ ਜਾਏਗੀ। ਸੋ ਪ੍ਰੈਸ਼ਰ ਕੈਨ ਬੀ ਰੀਰਿਟਨ ਇਨ ਦਿਸ ਫਾਰਮ। ਸੋ ਪ੍ਰੈਸ਼ਰ ਜਿਹੜਾ ਹੈ ਆਪਣੇ ਕੋਲ T⁵5 ਦੇ ਉੱਪਰ ਡਿਪੈਂਡ ਕਰੇਗਾ। ਸੋ ਐਵਰੇਜ ਨੰਬਰ ਆਫ ਪਾਰਟੀਕਲ ਜਿਹੜੇ ਬੇਟਾ ਉਹ ਵੀ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ ਇਸ ਫਾਰਮ ਦੇ ਵਿੱਚ। ਲੈਟ ਮੀ rotate it. ਹਾਂਜੀ, so average number of particles that can be introduced is given by n factorial z into curl q by curl z ਦੇ ਬਰਾਬਰ ਆਏਗਾ। ਸੋ ਇਹਦਾ ਇਹ ਫੈਕਟਰ ਤੁਸੀਂ ਖੁਦ ਇੰਟਰੋਡਿਊਸ ਕਰ ਸਕਦੇ ਹੋ ਬੇਟਾ। ਉਸ ਤੋਂ ਬਾਅਦ eliminating z we have, ਅਗਰ ਆਪਾਂ ਇਹਦੇ ਵਿੱਚੋਂ ਕੀ ਜਿਹੜਾ ਪ੍ਰੈਸ਼ਰ ਐਂਡ ਫਾਈਂਡ ਆਊਟ ਕੀਤਾ ਐਂਡ ਨੰਬਰ ਆਫ ਪਾਰਟੀਕਲ ਫਾਈਂਡ ਆਊਟ ਕੀਤੀ, ਇਹਨਾਂ ਨੂੰ ਆਪਸ ਵਿੱਚ ਡਿਵਾਈਡ ਕਰ ਦਈਏ ਤਾਂ ਆਪਣੇ ਕੋਲ ਕੀ ਆਏਗਾ, KT divided by V ਦੇ ਬਰਾਬਰ ਆ ਜਾਏਗਾ। ਯੂ ਕੈਨ ਸਿੰਪਲੀ ਰੀਰਾਈਟ ਇਟ ਇਨ ਟਰਮਸ ਆਫ, ਜਿੱਥੋਂ ਨਿਕਲੇਗਾ ਕਿ ਆਪਣੇ ਕੋਲ PV is equal to, because PV is equal to NKT ਦੇ ਬਰਾਬਰ ਆ ਜਾਏਗਾ। ਜਿਸ ਵਿੱਚ ਇਜ਼ the ideal gas equation, PV is equal to nRT or NKT ਤੁਸੀਂ ਲਿਖ ਸਕਦੇ ਹੋ, which is the equation of state for the ideal gas। ਐਵਰੇਜ એનર્ਜੀ ਵੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ ਬੇਟਾ ਇਸ ਕੇਸ ਦੇ ਵਿੱਚ। ਐਵਰੇਜ એનર્ਜੀ ਕੀ ਹੋ ਜਾਏਗੀ ਬੇਟਾ, KT ਸਕੁਅਰ ਕਰਲ Q by ਕਰਲ T ਦੇ ਬਰਾਬਰ ਆ ਜਾਏਗੀ। ਸੋ ਐਵਰੇਜ એનર્ਜੀ ਤੁਸੀਂ ਇਹਦੇ ਵਿੱਚ ਰਿਪਰੈਜ਼ੈਂਟ ਕਰ ਸਕਦੇ ਹੋ ਬੇਟਾ। ਸੋ ਤੁਹਾਡੇ ਕੋਲ Q ਪੋਟੈਂਸ਼ੀਅਲ ਦੀ ਵੈਲਿਊ ਦਿੱਤੀ ਹੋਈ ਹੈ, ਉਹਦੇ ਵਿੱਚ ਵੈਲਿਊਜ਼ ਵਗੈਰਾ ਫਿਲ ਕਰੋ ਤਾਂ ਤੁਹਾਡੇ ਕੋਲ ਅਲਟੀਮੇਟਲੀ ਰਿਜ਼ਲਟ ਆਉਣ ਲੱਗ ਜਾਏਗਾ। ਸੋ eliminating z between these expressions for E and N we get, ਅਗਰ ਆਪਾਂ ਇਹਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਐਵਰੇਜ એનર્ਜੀ ਜਿਹੜੀ ਵੈਲਿਊ ਹੈ ਇਟ ਇਜ਼ 3/2 NKT ਦੇ ਬਰਾਬਰ ਆ ਜਾਏਗੀ। ਸੋ n ਐਵਰੇਜ ਵੈਲਿਊ ਆਫ n ਐਂਡ ਐਵਰੇਜ એનર્ਜੀ ਜਿਹੜੀ ਹੈ ਇਹਨੂੰ ਅਗਰ ਆਪਾਂ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਕਲਾਸੀਕਲ ਐਕਸਪ੍ਰੈਸ਼ਨ ਦੇ ਬਰਾਬਰ ਆ ਜਾਏਗੀ, ਬਿਕੋਜ਼ ਆਪਾਂ ਕਲਾਸੀਕਲ ਗੈਸ ਹੀ ਕੰਸੀਡਰ ਕੀਤੀ ਹੈ। ਸੋ ਇਸ ਤੋਂ ਬਾਅਦ ਆਪਣੇ ਕੋਲ ਕੀ ਆਏਗਾ ਬੇਟਾ, ਸ਼ੋ ਦੈਟ ਜਿਹੜੀ free energy ਹੈ, free energy can be represented in terms of a mu of n minus z v KT or something like that। ਇਹਦੇ corresponding ਆਪਣੇ ਕੋਲ ਰਿਜ਼ਲਟ ਆ ਜਾਏਗਾ। so a can be represented in terms of G minus PV ਦੇ ਬਰਾਬਰ ਆ ਜਾਏਗਾ। or you can simply rewrite it entropy in terms of K of n 5/2 minus mu by KT ਦੇ ਬਰਾਬਰ ਆਪਣੇ ਕੋਲ ਰਿਜ਼ਲਟ ਸ਼ੋ ਹੋਣਗੇ। ਸੋ ਇਸ ਤਰ੍ਹਾਂ ਦਾ ਕੁਝ ਫੰਡਾ ਹੈ ਆਪਣਾ ਜਿਹੜਾ ਕਿ ਆਪਾਂ ਡਿਸਕਸ ਕਰ ਸਕਦੇ ਹਾਂ। ਸੋ ਇਹ ਤੁਹਾਡੇ ਲਈ ਐਕਸਰਸਾਈਜ਼ ਹੋ ਜਾਂਦੀ ਹੈ। ਸੋ ਨੈਕਸਟ ਥਿੰਗ ਜਿਹੜੀ ਹੈ ਡੈਂਸਿਟੀ ਫਲਕਚੁਏਸ਼ਨ ਹੈ। ਮੈਂ ਥੋੜੀ ਜਿਹੀ ਗੱਲ ਕਰਾਂਗਾ, ਜ਼ਿਆਦਾ ਗੱਲ ਨਹੀਂ ਕਰਾਂਗਾ ਬਿਕੋਜ਼ ਇਹ ਲੰਬਾ ਆਰਟੀਕਲ ਹੈ। ਥੋੜੀ ਜਿਹੀ ਗੱਲ ਅੱਜ ਬਾਕੀ ਗੱਲ ਕਰਾਂਗੇ। ਸੋ ਡੈਂਸਿਟੀ ਐਂਡ એનર્ਜੀ ਫਲਕਚੁਏਸ਼ਨ ਜਿਹੜਾ ਹੈ ਇਹ ਦੋ ਆਰਟੀਕਲ ਨੇ ਜਿਹੜਾ ਇਹ 12 ਨੰਬਰ ਦੇ ਨੇ। ਇਹ ਮੋਸਟਲੀ ਤੁਹਾਡੇ ਐਗਜ਼ਾਮ ਦੇ ਵਿੱਚ ਦੇਖੇ ਜਾਂਦੇ ਨੇ, ਹਰ ਵਾਰ ਪੇਪਰ ਚ ਆਉਂਦੇ ਨੇ। ਦੋ ਆਰਟੀਕਲ ਨੇ, ਡੈਂਸਿਟੀ ਫਲਕਚੁਏਸ਼ਨ ਐਂਡ એનર્ਜੀ ਫਲਕਚੁਏਸ਼ਨ ਦਾ। ਸਭ ਤੋਂ ਪਹਿਲਾ ਆਰਟੀਕਲ ਜਿਹੜਾ ਡੈਂਸਿਟੀ ਫਲਕਚੁਏਸ਼ਨ ਦਾ ਹੈਗਾ, ਬਿਕੋਜ਼ ਨੰਬਰ ਆਫ ਪਾਰਟੀਕਲ ਜਿਹੜੇ ਅਲਾਉਡ ਹੈ ਉਹ ਜਿਹੜੇ ਇੱਕ ਸਟੇਟ ਦੇ ਵਿੱਚ ਉਹ ਵੇਰੀਏਬਲ ਨੇ, ਇਸ ਕਰਕੇ ਆਪਣੇ ਕੋਲ ਡੈਂਸਿਟੀ ਹਮੇਸ਼ਾ ਵੇਰੀ ਕਰੇਗੀ ਇੱਕ ਪਾਰਟੀਕੂਲਰ maximum value। So grand canonical ensemble is a collection of very large number of mental copies of the system that can exchange energy as well as particles with the surrounding। Thus for such a system in the framework of this ensemble the energy and the number of particles are variable at any instant of time। Their values will in general be different from the corresponding mean value E and N। So ਜਿਹੜੀ ਆਪਾਂ n value E is equal to NKT ਲਿਖਿਆ ਹੋਇਆ ਹੈ exactly strictly obey नहीं होएगा at a particular instant of time, because a number of particles भी variable है and energy भी variable है। So these differences or deviations are usually reflected to as fluctuations। So these values give us the difference between the ensemble and other two ensembles। So ਇਹ ਕਰਕੇ ਆਪਾਂ ਨੂੰ ਇਹ ਬੜਾ ਜਿਹਾ ਫਰਕ ਹੈ ਇਹ ਦੇਖਣ ਨੂੰ ਮਿਲੇਗਾ। ਇਹ ਗ੍ਰੈਂਡ ਕੈਨੋਨੀਕਲ ਚ ਪੋਸੀਬਲ ਹੈ ਲੇਕਿਨ ਕੈਨੋਨੀਕਲ ensemble ਵਿੱਚ ਇਹ ਚੀਜ਼ਾਂ ਪੋਸੀਬਲ ਨਹੀਂ ਹੈ। So we shall discuss the fluctuations in the number of particle and in the energy। Recall that the probability that a system described in the grand canonical ensemble is given in the state ER and NR is given by this value। So ਆਪਾਂ ਨੂੰ ਪਤਾ ਹੈ ਕਿ ਕੋਈ ਸਿਸਟਮ ਦੇ ਲਈ ਜਿਹੜੀ probability factor ਹੋਏਗਾ that can be rewritten in the form z raised to power nr e raised to power minus beta AR divided by the partition function, where z is your absolute activity or fugacity। So ਜਿਹੜਾ partition function ਹੈ ਇਹ ਤੁਹਾਡੀ ਉਹਦੀ z summation over n z raised to power nr e raised to power minus beta ER ਦੇ corresponding ਤੁਹਾਡੇ ਕੋਲ ਵੈਲਿਊ ਆਏਗੀ। ਸੋ ਡੈਂਸਿਟੀ ਫਲਕਚੁਏਸ਼ਨ ਜਿਹੜੀ ਹੈ ਬੇਟਾ, ਡੈਂਸਿਟੀ ਫਲਕਚੁਏਸ਼ਨ ਦਾ ਕਨਸੈਪਟ ਆਪਾਂ ਕੱਲ ਡਿਸਕਸ ਕਰਾਂਗੇ। ਥੋੜੀ ਜੀ ਗੱਲ ਆਪਾਂ ਡਿਸਕਸ ਕਰ ਹੀ ਲਈ ਹੈ ਕਿ ਕਿਸ ਤਰ੍ਹਾਂ ਡੀਲ ਹੋਏਗਾ। ਸੋ ਅੱਜ ਫਿਲਹਾਲ ਦੀ ਘੜੀ ਕਲਾਸੀਕਲ ਗੈਸ ਦਾ ਕਨਸੈਪਟ ਡਿਸਕਸ ਕਰੋ। ਸੋ ਕਲਾਸੀਕਲ ਗੈਸ ਜਿਹੜਾ ਅਗਰ ਕਨਸੈਪਟ ਆ ਜਾਂਦਾ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਗ੍ਰੈਂਡ ਕੈਨੋਨੀਕਲ ਐਨਸੈਂਬਲ ਦੇ ਲਈ ਤੁਸੀਂ ਪਾਰਟੀਸ਼ਨ ਫੰਕਸ਼ਨ ਡਿਵਾਈਸ ਕਰਨਾ, ਤਾਂ ਤੁਹਾਨੂੰ ਸੇਮ ਜਿਹੜੀ ਮੈਥੋਡੋਲੋਜੀ ਤੁਸੀਂ ਅਪਲਾਈ ਕੀਤੀ ਹੋਈ ਹੈ ਕੈਨੋਨੀਕਲ ਐਨਸੈਂਬਲ ਦੇ ਵਿੱਚ ਉਹੀ ਥਿਊਰੀ ਤੁਸੀਂ ਅਪਲਾਈ ਕਰਨੀ ਹੈ ਗ੍ਰੈਂਡ ਕੈਨੋਨੀਕਲ ਐਨਸੈਂਬਲ ਦੇ ਵਿੱਚ। ਐਂਡ ਉਹਦੇ ਵਿੱਚ ਜਿਹੜਾ z raised to power n r ਵਾਲਾ ਫੈਕਟਰ ਹੈ ਆਟੋਮੈਟਿਕਲੀ ਇੰਟਰੋਡਿਊਸ ਹੋ ਕੇ ਤੁਹਾਡੇ ਕੋਲ ਪਾਰਟੀਸ਼ਨ ਫੰਕਸ਼ਨ ਦੇ ਦੇਗਾ। ਜਿਹੜਾ
ਜਿਹੜਾ ਮੈਂ ਥੋੜਾ ਜਿਹਾ ਪੋਰਸ਼ਨ ਦਿਖਾਇਆ ਐਕਚੁਅਲੀ ਵਿੱਚ ਕਾਫੀ ਲੈਬੋਰੇਟਡ ਪੋਰਸ਼ਨ ਹੈ। ਤੁਹਾਨੂੰ ਕੈਨੋਨੀਕਲ ਦੀ ਜਗ੍ਹਾ ਗ੍ਰੈਂਡ ਕੈਨੋਨੀਕਲ ਸੈਂਪਲ ਨੂੰ ਡਿਸਕਸ ਕਰਨਾ ਪਏਗਾ। ਉਹਨੂੰ ਇੱਕ ਵਾਰੀ ਆਪਣੇ ਹੱਥ ਦੇ ਨਾਲ ਪ੍ਰੈਕਟਿਸ ਕਰਕੇ ਜ਼ਰੂਰ ਦੇਖ ਲਿਓ ਬੇਟਾ, ਨੋਟਸ ਨੂੰ ਫੋਲੋ ਕਰ ਲਿਓ। ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਮੈਂ ਦੇਖ ਲਾਂਗਾ, ਹੈਂਡਲ ਕਰ ਲਾਂਗਾ। ਸੋ ਅਗਰ ਕੋਈ ਪ੍ਰੋਬਲਮ ਹੈਗੀ ਹੈ ਤਾਂ ਠੀਕ ਹੈ ਜੀ ਬੇਟਾ। ਸੋ ਬਾਕੀ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਕਿ ਇਹਦੀ ਨਿਊਮੈਰੀਕਲ ਪ੍ਰੋਬਲਮ ਜਿਹੜੀਆਂ ਹੈ ਫਸਟ ਚੈਪਟਰ ਦੀਆਂ ਖਾਸ ਕਰਕੇ ਕੈਨੋਨੀਕਲ, ਗ੍ਰੈਂਡ ਕੈਨੋਨੀਕਲ ਐਂਡ ਮਾਈਕਰੋ ਕੈਨੋਨੀਕਲ ਸੈਂਪਲ ਜਿਹੜਾ ਫਸਟ ਵਨ ਐਂਡ ਹਾਫ ਚੈਪਟਰ ਯੂਨਿਟ ਹੈ ਜਿਹੜਾ ਉਹ ਪ੍ਰੋਪਰਲੀ ਤੁਸੀਂ ਨਿਊਮੈਰੀਕਲ ਪਾਰਟ ਦੇ ਅਟੈਂਪਟ ਕਰਨੇ ਹੈ। ਸੈਕੰਡ ਐਡੀਸ਼ਨ ਜਿਹੜਾ ਹੈ ਉਹਦੀ ਸੋਲੂਸ਼ਨ ਮੇਰੇ ਕੋਲ ਅਵੇਲੇਬਲ ਹੈ ਬੇਟਾ, ਜਦੋਂ ਮਰਜ਼ੀ ਲੈ ਲਿਓ ਐਂਡ ਇੰਟਰਨੈਟ ਦੇ ਉੱਪਰ ਵੀ ਅਵੇਲੇਬਲ ਪਏ ਹੋਏ ਆ, ਤੁਸੀਂ ਉਹਨੂੰ ਫਾਈਂਡ ਆਊਟ ਕਰ ਸਕਦੇ ਹੋ। ਥਰਡ ਐਡੀਸ਼ਨ ਗੂਗਲ ਦੇ ਉੱਪਰ ਪਈ ਹੋਈ ਹੈ ਬੇਟਾ, ਜਿਹੜੀ ਫ੍ਰੀ ਦੀ ਅਵੇਲੇਬਲ ਬੁੱਕ ਹੈ। ਅਦਰਵਾਈਜ਼ ਤੁਹਾਨੂੰ ਜਿਹੜਾ ਸੈਕੰਡ ਐਡੀਸ਼ਨ ਹੈ ਤੁਹਾਨੂੰ ਦੇਖਣਾ ਪਏਗਾ। ਜਿਹੜੀ ਸੋਲੂਸ਼ਨ ਬੁੱਕ ਹੈ ਉਹ ਸੈਕੰਡ ਐਡੀਸ਼ਨ ਦੇ ਕੋਰਸਪੋਂਡਿੰਗ ਤੁਹਾਨੂੰ ਮਿਲਦੀ ਹੈ, ਇਸੇ ਕਰਕੇ ਸੈਕੰਡ ਐਡੀਸ਼ਨ ਲੱਭਣ ਦੀ ਕੋਸ਼ਿਸ਼ ਕਰੋ। ਸੈਕੰਡ ਐਡੀਸ਼ਨ ਮੇਰੇ ਕੋਲ ਵੀ ਹੈਗਾ, ਅਗਰ ਨਹੀਂ ਮਿਲੇਗਾ ਤਾਂ ਮੈਂ ਪ੍ਰੋਵਾਈਡ ਕਰ ਦਾਂਗਾ। ਸੈਕੰਡ ਐਡੀਸ਼ਨ ਆਰਕੇ ਪਥਰੀਆ ਐਂਡ ਉਹਦੀ ਸੋਲੂਸ਼ਨ ਬੁੱਕ ਜਿਹੜੀ ਹੈ ਉਹਦੇ ਵਿੱਚ ਨਿਊਮੈਰੀਕਲ ਦਿੱਤੇ ਹੋਏ ਆ ਬੇਟਾ। ਨਿਊਮੈਰੀਕਲ ਤੁਸੀਂ ਫਸਟ ਐਂਡ ਹਾਫ ਯੂਨਿਟ ਦੇ ਕੰਪਲੀਟਲੀ ਪੇਪਰਾਂ ਦੇ ਲਈ ਤਿਆਰ ਕਰਕੇ ਜਾਣੇ, ਅਦਰਵਾਈਜ਼ ਤੁਹਾਨੂੰ ਪ੍ਰੋਬਲਮ ਹੋਏਗੀ। ਤੁਹਾਡਾ ਫਸਟ ਯੂਨਿਟ ਐਂਡ ਸੈਕੰਡ ਯੂਨਿਟ ਜਿਹੜਾ ਪ੍ਰੋਪਰਲੀ ਅਟੈਂਪਟ ਨਹੀਂ ਹੋ ਪਾਏਗਾ ਅਗਰ ਤੁਸੀਂ ਨਿਊਮੈਰੀਕਲ ਨਹੀਂ ਕਰੋਗੇ, ਅਦਰਵਾਈਜ਼ ਤੁਹਾਡੇ ਮਾਰਕਸ ਘਟਣਗੇ। ਠੀਕ ਹੈ ਜੀ। ਸੋ ਦੈਟ ਇਜ਼ ਦੀ ਸੁਜੈਸ਼ਨ ਫॉर ਯੂ। ਹੱਥ ਨਾਲ ਪ੍ਰੈਕਟਿਸ ਕਰੋ, ਜਿੰਨਾ ਕੰਮ ਕਰੋਗੇ ਉਨਾ ਹੀ ਤੁਹਾਡਾ ਫਾਇਦਾ ਹੈ। ਸੋ ਥੈਂਕ ਯੂ ਵੈਰੀ ਮਚ। ਅਗਰ ਕੋਈ ਡਾਊਟਸ ਹੈ ਜਾਂ ਕੁਐਸਚਨ ਹੈ ਬੇਟਾ ਮੈਨੂੰ ਦੱਸ ਦਿਓ।